ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਕੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਚੋਣ ਦੀਆਂ ਖਬਰਾਂ ਦੇ ਉੱਪਰ ਨਜ਼ਰ ਮਾਰਦੇ ਹਾਂ। ਟੀਆਰ2 ਪੀਆਰ ਬਾਰੇ ਜਾਣਕਾਰੀ। ਆਈਆਰਸੀਸੀ ਨੂੰ AI ਦਾ ਸਹਾਰਾ। ਅੰਤਰਰਾਸ਼ਟਰੀ ਵਿਦਿਆਰਥੀ ਸੜਕਾਂ ਤੇ ਡਿਪੋਰਟ ਨਾ ਕਰਨ ਦੀ ਮੰਗ ਤੇਜ਼। ਇਮੀਗ੍ਰੇਸ਼ਨ ਵਿੱਚ ਹੋਏ ਬਦਲਾਵ, ਸਕਿਲਡ ਵਰਕਰਾਂ ਨੂੰ ਮਿਲੀ ਰਾਹਤ। ਸਿਗਰਟ ਤੇ ਕੈਨੇਡਾ ਲਿਖੇਗਾ ਚੇਤਾਵਨੀ, ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣਿਆ ਕੈਨੇਡਾ। ਟੀਆਰ2 ਪੀਆਰ ਫਾਈਲਾਂ ਦੇ ਬਾਰੇ ਜਾਣਕਾਰੀ ਸਾਹਮਣੇ ਆਈ। ਇਸ ਤੋਂ ਇਲਾਵਾ ਹੋਰ ਵੀ ਕਈ ਐਪਲੀਕੇਸ਼ਨ ਦਾ ਜ਼ਿਕਰ ਇਮੀਗ੍ਰੇਸ਼ਨ ਮੰਤਰੀ ਵੱਲੋਂ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦਿਆਂ ਪ੍ਰੋਸੈਸਿੰਗ ਕੀਤੀ ਜਾਵੇਗੀ। ਫਾਈਲਾਂ ਦੇ ਬੈਕਲੌਗ ਦੇ ਬਾਰੇ ਵੀ ਉਹ ਗੱਲ ਕਰਦੇ ਹੋਏ ਦਿਖਾਈ ਦਿੱਤੇ ਨੇ। ਟੀਆਰ ਦੀਆਂ ਫਾਈਲਾਂ ਦੇ ਬਾਰੇ ਇੱਕ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਦੱਸਿਆ ਗਿਆ ਕਿ ਹੁਣ ਫਾਈਲਾਂ ਦੀ ਪ੍ਰੋਸੈਸਿੰਗ ਕਿਵੇਂ ਕੀਤੀ ਜਾ ਰਹੀ ਹੈ। ਮੰਤਰੀ ਦੇ ਐਲਾਨ ਮੁਤਾਬਕ ਆਈਆਰਸੀਸੀ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਕਿ ਅਰਜ਼ੀਆਂ ਨੂੰ ਪ੍ਰੋਸੈਸ ਕੀਤਾ ਜਾਵੇ। ਹਾਲ ਹੀ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਇਸ ਟੈਕਨੋਲੋਜੀ ਦੇ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ। ਮੰਤਰੀ ਫਰੇਜ਼ਰ ਨੇ ਕਿਹਾ ਕਿ ਸਪਾਊਸ ਅਤੇ ਟੀਆਰ ਦੀਆਂ ਕਈ ਫਾਈਲਾਂ ਅਜਿਹੀਆਂ ਹਨ ਜਿਨ੍ਹਾਂ ਉੱਪਰ ਫੈਸਲਾ ਨਹੀਂ ਸੁਣਾਇਆ ਜਾ ਸਕਿਆ। ਆંકੜੇ ਦੱਸਦੇ ਨੇ ਕਿ 2 ਮਿਲੀਅਨ ਦੇ ਕਰੀਬ ਫਾਈਲਾਂ ਦਾ ਬੈਕਲੌਗ ਇਕੱਠਾ ਹੋ ਚੁੱਕਿਆ ਹੈ। ਅਜਿਹੇ ਦੇ ਵਿੱਚ ਹੁਣ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਆਉਣ ਵਾਲੇ ਸਾਲਾਂ ਦੇ ਵਿੱਚ ਕੈਨੇਡਾ ਵੱਲੋਂ ਕਈ ਨਿਊ ਕਮਰਸ ਦਾ ਸਵਾਗਤ ਕੀਤਾ ਜਾਣਾ। ਇਸ ਵਾਸਤੇ ਉਨ੍ਹਾਂ ਵੱਲੋਂ ਵੱਡਾ ਟਾਰਗੇਟ ਤੈਅ ਕੀਤਾ ਜਾਵੇਗਾ। ਸਾਲ 2022 ਤੱਕ ਆਈਆਰਸੀਸੀ ਵੱਲੋਂ 5 ਮਿਲੀਅਨ ਫੈਸਲੇ ਸੁਣਾਏ ਗਏ ਜੋ ਕਿ ਫਾਈਲਾਂ ਦੇ ਉੱਪਰ ਸਨ। ਪਹਿਲਾਂ ਦੇ ਮੁਕਾਬਲੇ ਇਹ ਆંકੜਾ ਵੱਧ ਦਰਜ ਕੀਤਾ ਗਿਆ। ਦੱਸ ਦਈਏ ਕਿ ਆਈਆਰਸੀਸੀ ਵੱਲੋਂ ਆਪਣਾ ਸਾਰਾ ਧਿਆਨ ਇਸ ਗੱਲ ਵੱਲ ਕੇਂਦਰਿਤ ਕੀਤਾ ਜਾ ਰਿਹਾ ਹੈ ਤਾਂ ਕਿ ਇਮੀਗ੍ਰੇਸ਼ਨ ਦੇ ਸਾਰੇ ਪ੍ਰੋਸੈਸ ਨੂੰ ਡਿਜੀਟਲਾਈਜ਼ ਕੀਤਾ ਜਾਵੇ ਤੇ ਇਸ ਨੂੰ ਮਾਡਰਨ ਬਣਾਇਆ ਜਾਵੇ, ਜਿਸ ਦੇ ਕਦਮ ਵਜੋਂ ਉਨ੍ਹਾਂ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ। ਸਪਾਊਸ ਟੀਆਰਵੀ ਐਪਲੀਕੇਸ਼ਨ ਦੇ ਬਾਰੇ ਗੱਲ ਕਰਦਿਆਂ ਕਿਹਾ ਗਿਆ ਕਿ ਇਸ ਰਾਹੀਂ ਵੱਧ ਫਾਈਲਾਂ ਨੂੰ ਪ੍ਰੋਸੈਸ ਕੀਤਾ ਜਾਵੇਗਾ ਤੇ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ 30 ਦਿਨਾਂ ਦੇ ਅੰਦਰ ਹੀ ਇਸ ਦੇ ਉੱਪਰ ਫੈਸਲਾ ਆ ਸਕਦਾ ਹੈ। ਅੰਤਰਰਾਸ਼ਟਰੀ ਵਿਦਿਆਰਥੀ ਸੜਕਾਂ ਤੇ ਆਏ ਨੇ, ਜਿਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਮੰਗ ਹੈ ਕਿ 700 ਵਿਦਿਆਰਥੀਆਂ ਨੂੰ ਡਿਪੋਰਟ ਨਾ ਕੀਤਾ ਜਾਵੇ। 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਇਨੀ ਦਿਨੀ ਕਾਫੀ ਚਰਚਾ ਦੇ ਵਿੱਚ ਹੈ, ਜਿਸ ਤੋਂ ਬਾਅਦ ਹੁਣ ਇਹ ਖਬਰ ਸਾਹਮਣੇ ਆਈ ਕਿ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਨੇ। ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਦਾ ਮਾਮਲਾ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਕਈ ਪਾਰਟੀਆਂ ਇਨ੍ਹਾਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆਈਆਂ ਨੇ, ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਡਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ। ਫਰਜ਼ੀ ਦਾਖਲਾ ਪੱਤਰ ਦੇ ਮਾਮਲੇ ਦੇ ਵਿੱਚ ਹੁਣ ਡੈਪੂਟੇਸ਼ਨ ਖਿਲਾਫ ਵਿਦਿਆਰਥੀਆਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਫਰਜ਼ੀ ਦਾਖਲਾ ਪੱਤਰ ਲਗਾ ਕੇ ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਪ੍ਰਕਿਰਿਆ ਖਿਲਾਫ ਸੈਂਕੜੇ ਵਿਦਿਆਰਥੀਆਂ ਵੱਲੋਂ ਮਿਸੀਸਾਗਾ ਸਥਿਤ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁੱਖ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਦੱਸੀਏ ਕਿ ਕੈਨੇਡਾ ਵਿੱਚ ਡਿਪੋਰਟ ਕਰਨ ਦਾ ਕੰਮ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੁਆਰਾ ਦੇਖਿਆ ਜਾਂਦਾ ਹੈ। ਡਿਪੋਰਟ ਕੀਤੇ ਜਾਣ ਤੋਂ ਭਾਵ ਕਿ ਕਿਸੇ ਵਿਅਕਤੀ ਨੂੰ ਕੈਨੇਡਾ ਤੋਂ ਬਾਹਰ ਭੇਜਿਆ ਜਾਣਾ ਹੈ। ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਉੱਪਰ ਇਸ ਕਰਕੇ ਡਿਪੋਰਟ ਕੀਤੇ ਜਾਣ ਦੀ ਤਲਵਾਰ ਲਟਕ ਰਹੀ ਹੈ, ਕਿਉਂਕਿ ਸਟੱਡੀ ਵੀਜ਼ਾ ਅਪਲਾਈ ਕਰਨ ਸਮੇਂ ਇਨ੍ਹਾਂ ਵਿਦਿਆਰਥੀਆਂ ਕੋਲ ਲਗਾਏ ਗਏ ਐਡਮਿਸ਼ਨ ਲੈਟਰ ਨਕਲੀ ਨਿਕਲੇ। ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਇਸ ਦਾ ਬਾਰੇ ਉਦੋਂ ਪਤਾ ਚੱਲਿਆ ਜਦੋਂ ਇਨ੍ਹਾਂ ਵਿਦਿਆਰਥੀਆਂ ਵੱਲੋਂ ਪੀਆਰ ਲਈ ਅਰਜ਼ੀ ਲਗਾਈ ਗਈ। ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਖੁਦ ਪੀੜਤ ਧਿਰ ਹਨ। ਇਨ੍ਹਾਂ ਨੌਜਵਾਨਾਂ ਮੁਤਾਬਕ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਨ ਲਈ ਬਹੁਤ ਸਾਰੇ ਪੈਸੇ ਖਰਚ ਹੁੰਦੇ ਨੇ ਤੇ ਕੈਨੇਡਾ ਦੀ ਆਰਥਿਕਤਾ ਵਿੱਚ ਵੀ ਵਿਦਿਆਰਥੀਆਂ ਵੱਲੋਂ ਯੋਗਦਾਨ ਪਾਇਆ ਜਾਂਦਾ ਹੈ। ਇਹ ਨੌਜਵਾਨ ਡੈਪੂਟੇਸ਼ਨ ਰੋਕਣ ਦੀ ਮੰਗ ਕਰ ਰਹੇ ਨੇ ਤੇ ਫਰਜ਼ੀ ਦਾਖਲਾ ਪੱਤਰ ਵਰਤ ਕੇ ਵੀਜ਼ਾ ਲਗਾਉਣ ਵਾਲੇ ਏਜੰਟਾਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਵੇਲੇ ਵਿਦਿਆਰਥੀ ਕਿਸੇ ਕਾਲਜ ਤੋਂ ਆਫਰ ਲੈਟਰ ਲੈ ਕੇ ਫੀਸ ਭਰਦੇ ਹਨ ਅਤੇ ਵੀਜ਼ੇ ਲਈ ਅਰਜ਼ੀ ਦਿੰਦੇ ਹਨ। ਇਸ ਤੋਂ ਇਲਾਵਾ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਵੱਲੋਂ ਵੀ ਇਸ ਸੰਬੰਧੀ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਤਾਂ ਕਿ ਵਿਦਿਆਰਥੀਆਂ ਨੂੰ ਡਿਪੋਰਟ ਹੋਣ ਤੋਂ ਰੋਕਿਆ ਜਾਵੇ। ਇਮੀਗ੍ਰੇਸ਼ਨ ਮੰਤਰੀ ਦਾ ਇਸ ਬਾਰੇ ਬਿਆਨ ਸਾਹਮਣੇ ਹੈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਦੋਸ਼ੀਆਂ ਨੂੰ ਫੜਨ ਵੱਲ ਉਹਨਾਂ ਦਾ ਧਿਆਨ ਹੈ। ਮੰਤਰਾਲੇ ਦਾ ਧਿਆਨ ਪੀੜਤਾਂ ਨੂੰ ਸਜ਼ਾ ਦੇਣ ਵੱਲ ਨਹੀਂ, ਸਗੋਂ ਕਿ ਦੋਸ਼ੀਆਂ ਨੂੰ ਫੜਨ ਵੱਲ ਹੈ। ਇਸ ਗੱਲ ਦਾ ਪ੍ਰਗਟਾਵਾ ਵੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਕੀਤਾ ਗਿਆ। ਇਸ ਤੋਂ ਪਹਿਲਾਂ ਇਹ ਵੀ ਅਪਡੇਟ ਸਾਹਮਣੇ ਆਈ ਹੈ ਕਿ ਕਰਮਜੀਤ ਕੌਰ ਦੀ ਡੈਪੂਟੇਸ਼ਨ ਰੋਕ ਦਿੱਤੀ ਗਈ ਹੈ। ਇਮੀਗ੍ਰੇਸ਼ਨ ਵਿੱਚ ਬਦਲਾਅ ਕੀਤੇ ਜਾ ਰਹੇ ਨੇ, ਜਿਸ ਬਾਰੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਲਾਨ ਕੀਤਾ ਗਿਆ। ਐਕਸਪ੍ਰੈਸ ਐਂਟਰੀ ਦੇ ਉਮੀਦਵਾਰਾਂ ਦੇ ਲਈ ਹੁਣ ਹੋਰ ਵੀ ਕੁਝ ਆਕੂਪੇਸ਼ਨ ਦੱਸੇ ਗਏ ਨੇ, ਜਿਸ ਦੇ ਰਾਹੀਂ ਉਹਨਾਂ ਦੀ ਚੋਣ ਕੀਤੀ ਜਾਵੇਗੀ।
ਇਸ ਦੇ ਨਾਲ ਵੱਧ ਸਕਿਲਡ ਵਰਕਰਸ ਨੂੰ ਸੱਦੇ ਜਾਰੀ ਕੀਤੇ ਜਾਣ ਦਾ ਟਾਰਗੇਟ ਤੈਅ ਕੀਤਾ ਗਿਆ ਹੈ। ਇਮੀਗ੍ਰੇਸ਼ਨ ਦੇ ਪੱਖ ਤੋਂ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਇਮੀਗ੍ਰੇਸ਼ਨ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਵੱਲੋਂ ਇਸ ਬਾਰੇ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਹੁਣ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਦੀ ਚੋਣ ਕੈਟੇਗਰੀ ਬੇਸਡ ਹੋਵੇਗੀ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਹੁਣ ਕਿਹੜੀਆਂ ਕੈਟੇਗਰੀਜ਼ ਦੇ ਰਾਹੀਂ ਐਕਸਪ੍ਰੈਸ ਐਂਟਰੀ ਦੇ ਉਮੀਦਵਾਰਾਂ ਨੂੰ ਚੁਣਿਆ ਜਾਵੇਗਾ। ਜਿਹੜੇ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ, ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਕੋਲ ਕੁਝ ਖਿੱਤਿਆਂ ਦਾ ਕੰਮ ਦਾ ਤਜਰਬਾ ਹੋਵੇ ਤੇ ਉਹਨਾਂ ਦੀ ਫ੍ਰੈਂਚ ਭਾਸ਼ਾ ਵੀ ਵਧੀਆ ਹੋਵੇ। ਜਿਹੜੇ ਖਿੱਤਿਆਂ ਦਾ ਭਾਵ ਕਿ ਕੰਮਾਂ ਦਾ ਜ਼ਿਕਰ ਕੀਤਾ ਗਿਆ, ਉਹਨਾਂ ਦੀ ਲਿਸਟ ਕੁਝ ਇਸ ਪ੍ਰਕਾਰ ਹੈ: ਹੈਲਥ ਕੇਅਰ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ, ਪ੍ਰੋਫੈਸ਼ਨਸ, ਟ੍ਰੇਡਸ ਜਿਸ ਵਿੱਚ ਕਾਰਪੈਂਟਰ, ਪਲੰਬਰ, ਕੰਟਰੈਕਟਰ ਨੂੰ ਸ਼ਾਮਲ ਕੀਤਾ ਗਿਆ, ਟਰਾਂਸਪੋਰਟ, ਐਗਰੀਕਲਚਰ ਅਤੇ ਐਗਰੀ ਫੂਡ। ਇਹਨਾਂ ਕੰਮਾਂ ਦੇ ਆਧਾਰ ਦੇ ਉੱਪਰ ਹੀ ਉਮੀਦਵਾਰਾਂ ਦੀ ਚੋਣ ਹੋਵੇਗੀ। ਇਸ ਬਾਰੇ ਗੱਲ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਇਸ ਦੇ ਨਾਲ IRCC ਨੂੰ ਇਹ ਫਾਇਦਾ ਹੋਵੇਗਾ ਕਿ ਉਹ ਵੱਧ ਸਕਿਲਡ ਵਰਕਰਸ ਨੂੰ ਇਨਵੀਟੇਸ਼ਨ ਜਾਰੀ ਕਰ ਸਕਦੇ ਨੇ। ਇਸ ਤੋਂ ਇਲਾਵਾ ਪੂਰੀ ਲਿਸਟ ਵੈਬਸਾਈਟ ਦੇ ਉੱਪਰ ਵੀ ਸਾਂਝੀ ਕੀਤੀ ਗਈ ਹੈ, ਜਿੱਥੇ ਆਸਾਨੀ ਦੇ ਨਾਲ ਜਾਣਿਆ ਜਾ ਸਕਦਾ ਹੈ। ਸਿਗਰਟ ਦੇ ਉੱਪਰ ਹੁਣ ਕੈਨੇਡਾ ਵੱਲੋਂ ਚੇਤਾਵਨੀ ਲਿਖੀ ਜਾਏਗੀ। ਅਜਿਹਾ ਕਰਨ ਵਾਲਾ ਕੈਨੇਡਾ ਪਹਿਲਾ ਦੇਸ਼ ਬਣ ਜਾਵੇਗਾ। ਇਸ ਦੇ ਰਾਹੀਂ ਇਹ ਟਾਰਗੇਟ ਰੱਖਿਆ ਗਿਆ ਹੈ ਕਿ ਸਿਗਰਟ ਨੂੰ ਲੋਕ ਛੱਡ ਦੇਣ। ਇਸ ਦੇ ਜੋ ਨੁਕਸਾਨ ਨੇ ਉਸ ਦੇ ਬਾਰੇ ਜਾਗਰੂਕਤਾ ਵੀ ਪੈਦਾ ਹੋ ਸਕੇ। ਕੈਨੇਡਾ ਵੱਲੋਂ ਸਿਗਰਟ ਦੇ ਮਾਮਲੇ ਦੇ ਵਿੱਚ ਹੁਣ ਵੱਡਾ ਕਦਮ ਚੁੱਕਿਆ ਜਾ ਰਿਹਾ, ਜਿੱਥੇ ਸਿਗਰਟ ਉੱਤੇ ਸਿਹਤ ਸੰਬੰਧੀ ਚੇਤਾਵਨੀ ਵਾਲੇ ਲੇਬਲ ਲਗਾਉਣ ਵਾਲਾ ਕੈਨੇਡਾ ਪਹਿਲਾ ਦੇਸ਼ ਬਣ ਜਾਵੇਗਾ। ਤੰਬਾਕੂ ਛੱਡਣ ਨੂੰ ਉਤਸ਼ਾਹਿਤ ਕਰਨ ਅਤੇ ਤੰਬਾਕੂ ਦੇ ਨਾਲ ਸੰਬੰਧਿਤ ਮੌਤਾਂ ਨੂੰ ਘੱਟ ਕਰਨ ਦੇ ਯਤਨਾਂ ਵਿੱਚ ਹੈਲਥ ਕੈਨੇਡਾ ਨੇ ਸਿਹਤ ਸੰਬੰਧੀ ਚੇਤਾਵਨੀ ਵਾਲੇ ਲੇਬਲ ਸਿਗਰਟਾਂ ਤੇ ਸਿੱਧੇ ਤੌਰ ਤੇ ਛਾਪੇ ਲਗਾਉਣ ਦਾ ਐਲਾਨ ਕਰ ਦਿੱਤਾ। ਅਜਿਹਾ ਕਰਨ ਨਾਲ ਕੈਨੇਡਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ। ਸਿਗਰਟ ਉੱਪਰ ਸਿਗਰਟ ਕੈਂਸਰ ਦਾ ਕਾਰਨ ਤੰਬਾਕੂ ਦਾ ਧੂੰਆਂ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਹਰੇਕ ਪੱਫ ਦੇ ਵਿੱਚ ਜ਼ਹਿਰ ਜਿਹੀਆਂ ਚੇਤਾਵਨੀਆਂ ਲਿਖੀਆਂ ਹੋਣਗੀਆਂ। ਹੈਲਥ ਕੈਨੇਡਾ ਸਿਗਰਟ ਪੈਕੇਟ ਤੇ ਨਵੀਆਂ ਸਿਹਤ ਚੇਤਾਵਨੀਆਂ ਨੂੰ ਸ਼ਾਮਿਲ ਕਰੇਗਾ। ਕੈਨੇਡਾ ਕੈਂਸਰ ਸੁਸਾਇਟੀ ਦੇ ਸੀਨੀਅਰ ਨੀਤੀ ਵਿਸ਼ੇਸ਼ਕ ਵੱਲੋਂ ਵੀ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕੈਨੇਡਾ ਵਿੱਚ ਵਿਕਣ ਵਾਲੀ ਹਰ ਸਿਗਰਟ ਤੇ ਚੇਤਾਵਨੀ ਦੇਣਾ ਇੱਕ ਵਿਸ਼ਵ ਪੂਰਵ ਨਿਰਧਾਰਿਤ ਮਾਪਦੰਡ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਹੋਰ ਦੇਸ਼ ਅਜਿਹਾ ਕਦਮ ਚੁੱਕਣਗੇ। ਇਹ ਨਿਯਮ 1 ਅਗਸਤ ਤੋਂ ਲਾਗੂ ਹੋਣੇ ਸ਼ੁਰੂ ਹੋ ਜਾਣਗੇ। ਤੰਬਾਕੂ ਕੰਪਨੀਆਂ ਨੂੰ 31 ਜੁਲਾਈ 2024 ਤੱਕ ਕਿੰਗ ਸਾਈਜ਼ ਸਿਗਰਟ ਤੇ ਪ੍ਰਚੂਨ ਲਈ ਪਾਬੰਦੀਆਂ ਦੇ ਪਹਿਲੇ ਸੈੱਟ ਨੂੰ ਲਾਗੂ ਕਰਨ ਦੀ ਲੋੜ ਹੋਵੇਗੀ, ਜਦਕਿ ਨਿਯਮਿਤ ਆਕਾਰ ਵਾਲੀ ਸਿਗਰਟ ਜਿਸ ਦੀ ਲੰਬਾਈ 70 ਤੋਂ 73 ਮਿਲੀਮੀਟਰ ਹੁੰਦੀ ਹੈ ਤੇ 30 ਅਪ੍ਰੈਲ 2025 ਤੱਕ ਇਹ ਨਿਯਮ ਲਾਗੂ ਕਰਨੇ ਪੈਣਗੇ। ਕੈਨੇਡਾ ਵਿੱਚ ਤੰਬਾਕੂ ਦੀ ਵਰਤੋਂ ਨੂੰ 50% ਤੋਂ ਘੱਟ ਕਰਨ ਦਾ ਟਾਰਗੇਟ ਤੈਅ ਕੀਤਾ ਗਿਆ। ਇਸ ਦਾ ਐਲਾਨ ਫੈਡਰਲ ਸਰਕਾਰ ਵੱਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਤੇ ਕੀਤਾ ਗਿਆ। ਫੈਡਰਲ ਮਿਨਿਸਟਰ ਫਾਰ ਮੈਂਟਲ ਹੈਲਥ ਐਂਡ ਐਡਿਕਸ਼ਨਜ਼ ਵੱਲੋਂ ਇਸ ਮੌਕੇ ਬੋਲਦਿਆਂ ਕਿਹਾ ਗਿਆ ਕਿ ਇਹ ਕੈਨੇਡਾ ਦੀ ਤੰਬਾਕੂ ਵਿਰੁੱਧ ਰਣਨੀਤੀ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਸਾਲ 2035 ਤੱਕ ਤੰਬਾਕੂ ਦੀ ਵਰਤੋਂ ਨੂੰ 5% ਤੋਂ ਘੱਟ ਕਰਨ ਦਾ ਟਾਰਗੇਟ ਹੈ। ਮਿਨਿਸਟਰ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਹਰ ਸਾਲ 48,000 ਕੈਨੇਡੀਅਨਸ ਦੀ ਜਾਨ ਲੈ ਸਕਦੀ ਹੈ। ਅਸੀਂ ਸਿਗਰਟ ਦੇ ਸਿਹਤ ਸੰਬੰਧੀ ਚੇਤਾਵਨੀ ਵਾਲੇ ਲੇਬਲ ਲਗਾਉਣ ਵਾਲਾ ਪਹਿਲਾ ਦੇਸ਼ ਬਣ ਕੇ ਇਸ ਖਿਲਾਫ ਕਾਰਵਾਈ ਕਰ ਰਹੇ ਹਾਂ। ਵਿਨੀਪੈਗ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਪੁਲ ਟੁੱਟ ਗਿਆ। ਪੁਲ ਟੁੱਟਣ ਕਾਰਨ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਜ਼ਖਮੀ ਹੋਏ ਨੇ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ। ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਨੇ। ਵਿਨੀਪੈਗ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲ ਡਿੱਗਿਆ। ਪੁਲ ਡਿੱਗਣ ਕਾਰਨ 16 ਸਕੂਲੀ ਵਿਦਿਆਰਥੀ ਜ਼ਖਮੀ ਹੋ ਗਏ। ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਐਮਰਜੈਂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਸੇਂਟ ਬੋਨੀਫੈਕਸ ਦੇ ਫੋਰਟ ਜਿਬਰਾਲਟਰ ਵਿਖੇ 15 ਤੋਂ 20 ਫੁੱਟ ਹੇਠਾਂ ਡਿੱਗਣ ਤੋਂ ਬਾਅਦ 17 ਲੋਕ, ਜਿਨ੍ਹਾਂ ਵਿੱਚ 16 ਬੱਚੇ ਸ਼ਾਮਲ ਹਨ, ਉਹ ਜ਼ਖਮੀ ਹੋ ਗਏ। ਇਹਨਾਂ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਬੱਚਿਆਂ ਵਿੱਚੋਂ 3 ਅਸਥਿਰ ਹਾਲਤ ਦੇ ਵਿੱਚ ਹਸਪਤਾਲ ਲਿਜਾਏ ਗਏ, ਜਦਕਿ ਬਾਕੀ 13 ਬੱਚੇ ਅਤੇ ਬਾਲਗ ਦੀ ਹਾਲਤ ਸਥਿਰ ਦੱਸੀ ਗਈ ਹੈ। ਬੱਚਿਆਂ ਦੀ ਉਮਰ 10 ਤੋਂ 11 ਸਾਲ ਦੇ ਵਿਚਕਾਰ ਹੈ। ਮੀਡੀਆ ਰਿਪੋਰਟ ਤੋਂ ਪੁਸ਼ਟੀ ਹੋਈ ਹੈ ਕਿ ਜ਼ਖਮੀ ਸੇਂਟ ਜੋਨਸ ਰੈਵਨਸਕੋਟ ਸਕੂਲ ਦੇ ਵਿਦਿਆਰਥੀ ਸਨ ਅਤੇ ਬੱਚੇ ਫੀਲਡ ਟ੍ਰਿਪ ਤੇ ਸਨ। ਦੱਸ ਦਈਏ ਕਿ ਫੋਰਟ ਜਿਬਰਾਲਟਰ 1978 ਵਿੱਚ ਇੱਕ ਕਿਲੇ ਦਾ ਪੁਨਰ ਨਿਰਮਾਣ ਹੈ, ਜੋ ਕਿ ਵਿਨੀਪੈਗ ਵਿੱਚ ਫਰ ਵਪਾਰ ਅਤੇ ਸ਼ੁਰੂਆਤੀ ਵਸਨੀਕਾਂ ਵਾਸਤੇ ਇੱਕ ਕੇਂਦਰ ਵਜੋਂ ਵਰਤਿਆ ਗਿਆ। ਨਾਰਥ ਵੈਸਟ ਕੰਪਨੀ ਨੇ 1810 ਦੇ ਵਿੱਚ ਅਸਲ ਕਿਲਾ ਖਾਲੀ ਕਰਵਾਇਆ ਸੀ ਤੇ 1816 ਦੇ ਵਿੱਚ ਸੇਕ੍ਰਿਕ ਕਲੋਨੀ ਦੁਆਰਾ ਇੱਥੇ ਕਬਜ਼ਾ ਕਰ ਲਿਆ ਗਿਆ ਤੇ ਨਸ਼ਟ ਕਰ ਦਿੱਤਾ ਗਿਆ।
ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਵਿਨੀਪੈਗ ਦੇ ਮੇਅਰ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਉਹ ਜ਼ਖਮੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਹਨ। ਇੱਕ ਰਿਪੋਰਟ ਦੇ ਬਾਰੇ ਫੈਡਰਲ ਮੰਤਰੀ ਬੋਲੇ ਹਨ। ਪਬਲਿਕ ਸੇਫਟੀ ਮਿਨਿਸਟਰ ਨਿਊਜ਼ ਕਾਨਫਰੰਸ ਦੌਰਾਨ ਆਪਣਾ ਪੱਖ ਰੱਖਦੇ ਹੋਏ ਦਿਖਾਈ ਦਿੱਤੇ। ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। ਨੋਵਾ ਸਕੋਸ਼ੀਆ ਮਾਸ ਕੈਜੁਅਲਟੀ ਰਿਪੋਰਟ ਦੇ ਬਾਰੇ ਫੈਡਰਲ ਮੰਤਰੀਆਂ ਨੇ ਆਪਣਾ ਪੱਖ ਰੱਖਿਆ। ਫੈਡਰਲ ਮੰਤਰੀ ਇਸ ਬਾਰੇ ਅਪਡੇਟ ਸਾਂਝੀ ਕਰਦੇ ਹੋਏ ਦਿਖਾਈ ਦਿੱਤੇ, ਜਿਸ ਦੌਰਾਨ ਪਬਲਿਕ ਸੇਫਟੀ ਮਿਨਿਸਟਰ ਬੋਲੇ ਨੇ। ਉਹਨਾਂ ਵੱਲੋਂ ਇਸ ਮੌਕੇ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Their final report included numerous recommendations that would help to prevent and respond to similar incidents in the future, touching on police reforms that would strengthen, among other things, training, communications between police and government, emergency alert protocols, gun control laws, addressing domestic abuse and intimate partner violence, and relationship with Indigenous communities. The report sets out a critical path forward to reform the RCMP, reforms that are long overdue, and reforms that I want to be clear that I, in my capacity as the Minister of Public Safety, are committed to seeing through. To coordinate this effort, the Commissioner also recommended that the Government of Canada and Nova Scotia work together to establish an independent body to monitor both progress in advancing the important findings as well as being transparent with Canadians as we move forward. And today, in response to that recommendation, I am very pleased to announce, along with my Nova Scotia counterpart, Minister Brad Johns, that we are creating the Progress Monitoring Committee and that retired Justice Linda Lee Oland will be appointed chair of that committee with an initial 1-year mandate, as well as with other individuals, partners, and organizations in order to identify a list of proposed PMC members, as we are calling it, by this July. So this will happen very, very quickly. The founding chair will also ensure that the work of the PMC, this is the body that Justice Oland will be leading, is guided by a trauma-informed and victim-centric approach. ਕਈ ਵੱਡੇ ਮੁੱਦਿਆਂ ਦੇ ਉੱਪਰ ਟਰੂਡੋ ਦਾ ਬਿਆਨ ਆਇਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਿਦੇਸ਼ੀ ਦਖਲਅੰਦਾਜ਼ੀ ਦੇ ਉੱਪਰ ਵੀ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਜੰਗਲ ਦੀ ਅੱਗ ਦੀ ਜੋ ਮੌਜੂਦਾ ਸਮੇਂ ਸਥਿਤੀ ਬਣੀ ਹੋਈ ਹੈ, ਇਸ ਬਾਰੇ ਵੀ ਟਰੂਡੋ ਬੋਲਦੇ ਹੋਏ ਦਿਖਾਈ ਦਿੱਤੇ। ਕਈ ਵੱਡੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ। ਵਿਦੇਸ਼ੀ ਦਖਲਅੰਦਾਜ਼ੀ ਦੇ ਮੁੱਦੇ ਦੇ ਉੱਪਰ ਟਰੂਡੋ ਸਰਕਾਰ ਨੂੰ ਘੇਰਿਆ ਜਾ ਰਿਹਾ। ਹੁਣ तमाम ਮੁੱਦਿਆਂ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣਾ ਪੱਖ ਰੱਖਿਆ, ਜਿੱਥੇ ਉਹਨਾਂ ਨੇ ਜੰਗਲ ਦੀ ਅੱਗ ਦੀ ਸਥਿਤੀ ਦਾ ਜ਼ਿਕਰ ਕੀਤਾ ਤੇ ਨਾਲ ਹੀ ਵਿਦੇਸ਼ੀ ਦਖਲਅੰਦਾਜ਼ੀ ਦੇ ਸੰਬੰਧ ਦੇ ਵਿੱਚ ਵੀ ਉਹ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦਿੱਤੇ। It's understandable that the political parties want to make partisan points on this, but the fact of the matter is David Johnston has served this country in extraordinary capacities for decades. He's chosen a number of times for the most important jobs by Stephen Harper himself. He's a man who, as the report shows, has taken this incredibly seriously and gathered all the intelligence necessary. What we've highlighted is that intelligence is available for the leaders of the opposition parties to avail themselves of, to understand what underpins the very good report that Mr. Johnston put out, and the fact that they're choosing to be able to continue to play partisan games instead of getting read into the actual facts of the matter shows Dan to be the expert looking at this. We looked at a whole bunch of different people who we would task with this job. Of course, everyone is allowed to have opinions, regardless of their background. What we're looking for is what is the best path forward, and that's exactly what we entrusted this former Governor General with, who has a stellar reputation and level of integrity, to actually look and write this report. And you will notice that the opposition parties are not emphasizing any disagreements with the actual report or conclusions, particularly because they refuse to get the necessary briefings that are being offered to them to be able to understand and accept or disagree with those conclusions. They're continuing to do ad hominem attacks, personal attacks against David Johnston. NDP ਵੱਲੋਂ ਇੱਕ ਮੰਗ ਕੀਤੀ ਜਾ ਰਹੀ ਹੈ। ਅਲਬਰਟਾ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ, ਜਿੱਥੇ ਫੈਡਰਲ ਸਰਕਾਰ ਤੋਂ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ
ਹੁਣ ਨਿਊਜ਼ ਕਾਨਫਰੰਸ ਦੇ ਵਿੱਚ ਉਹਨਾਂ ਵੱਲੋਂ ਕਿਹੜੀ ਮੰਗ ਦਾ ਜ਼ਿਕਰ ਕੀਤਾ ਗਿਆ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਐਨਡੀਪੀ ਅਤੇ ਐਲਬਰਟਾ ਲੇਬਰ ਗਰੁੱਪ ਵੱਲੋਂ ਖਾਸ ਮੰਗ ਕੀਤੀ ਗਈ ਹੈ। ਉਹਨਾਂ ਵੱਲੋਂ ਸਸਟੇਨੇਬਲ ਜੌਬਸ ਬਿੱਲ ਦਾ ਜ਼ਿਕਰ ਕੀਤਾ ਗਿਆ। ਦਰਅਸਲ ਆਟਵਾ ਦੇ ਵਿੱਚ ਇੱਕ ਨਿਊਜ਼ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿੱਥੇ ਐਨਡੀਪੀ ਮੈਂਬਰ ਪਾਰਲੀਮੈਂਟ ਅਤੇ ਐਲਬਰਟਾ ਲੇਬਰ ਗਰੁੱਪ ਦੇ ਪ੍ਰੈਜ਼ੀਡੈਂਟ ਆਪਣਾ ਪੱਖ ਰੱਖਦੇ ਹੋਏ ਦਿਖਾਈ ਦਿੱਤੇ। And particularly with the energy workers in the West on pushing this government to get serious about making commitments in a clean tech future. Alberta energy workers have the skills and the know-how to make this happen, and they want to be at the table. According to the International Energy Agency, for the first time, clean tech investments are almost double what it is in oil and gas. If Canada doesn't start to make a serious commitment to move forward, we are going to be left with stranded assets and communities left out. The New York Times this morning is reporting an unprecedented jump in clean tech energy and battery plant production within 9 months of Joe Biden's Inflation Reduction Act coming into law, and Canada risks being left behind unless we move decisively. In the recent federal budget, we did see some very impressive promises for clean tech, but those promises are just words unless there's the legislative tools to ensure that this is a worker-focused transformation that is not going to leave communities behind. We are calling for a number of elements that have to be in this legislation. The Sustainable Jobs Council must include representation from labor. Labor has to be at the table. We want clear definition of the role, mandate, reporting requirements of the Sustainable Jobs Secretariat. It's a great sounding word. What is it? And how do we ensure that investments that are being offered will come with the strings attached, that will have involvement from labor, from Indigenous communities and from the regions of Canada to make sure that we benefit and that the expertise that is being brought forward through the energy workers are able to help direct this transformation of the global economy. We have one chance to do this right and we cannot fail. ਰੱਖਿਆ ਮੰਤਰੀ ਵੱਲੋਂ ਸੰਬੋਧਿਤ ਕੀਤਾ ਗਿਆ ਜਿੱਥੇ ਉਹਨਾਂ ਨੇ ਖਾਸ ਗੱਲਾਂ ਸਾਂਝੀਆਂ ਕੀਤੀਆਂ। ਅਨੀਤਾ ਆਨੰਦ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਇਸ ਖਬਰ ਰਾਹੀਂ ਦੱਸਾਂਗੇ। ਰੱਖਿਆ ਮੰਤਰੀ ਅਨੀਤਾ ਆਨੰਦ ਵੱਲੋਂ ਖਾਸ ਵਿਚਾਰ ਸਾਂਝੇ ਕੀਤੇ ਗਏ ਜਿੱਥੇ ਉਹਨਾਂ ਨੇ ਕੈਂਸਕ ਡਿਫੈਂਸ ਇੰਡਸਟਰੀ ਸ਼ੋਅ ਨੂੰ ਸੰਬੋਧਿਤ ਕੀਤਾ। ਇਸ ਮੌਕੇ ਤੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ। And what I want to talk about today with all of you is modernizing Canada's military and building a defense team that is ready for tomorrow. Times of change, as Kristen pointed out in her speech, times of change can be times of opportunity, and partnerships with industry will be crucial if we're going to modernize our military, if we're going to streamline defense procurement, if we're going to build up our innovation ecosystem, and if we're going to ensure opportunities for Indigenous peoples. And each and every single one of you in this room has a role to play in that collaborative process. So today, what I'd like to discuss with you is our work to modernize the Canadian Armed Forces and discuss how we can continue to be partners in this collaborative journey. Friends, Putin's war on Ukraine has reminded us that the cyber domain is crucial to our national security. Russia has used aggressive digital disinformation campaigns. Russia has taken offensive cyber actions against Ukrainian and European Union assets. And internet disruptions and malware have targeted Ukrainian infrastructure. Canada is not immune. Cyber threats are growing here at home too, where malicious cyber activities have targeted government and defense contractors and subcontractors across this country. And I have spoken with many of you about this very serious problem. That Canada is establishing a cyber security certification program to protect our defense supply chain. This certification program will enhance Canada's cybersecurity capabilities and keep our defense industrial base resilient and protected from threats.
ਨੋਵਾ ਸਕੋਸ਼ੀਆ ਦੇ ਵਿੱਚ ਬੈਨ ਲਗਾਇਆ ਜਾ ਰਿਹਾ ਹੈ। ਮੌਜੂਦਾ ਸਮੇਂ ਸੂਬੇ ਦੇ ਵਿੱਚ ਜੰਗਲ ਦੀ ਅੱਗ ਦੀ ਜੋ ਸਥਿਤੀ ਬਣੀ ਹੋਈ ਹੈ, ਉਸ ਤੋਂ ਬਾਅਦ ਕਈ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪੈ ਗਏ। ਜੰਗਲ ਦੀ ਅੱਗ ਕਾਰਨ ਕਈ ਘਰ ਨੁਕਸਾਨੇ ਵੀ ਗਏ ਨੇ, ਜਿਸ ਤੋਂ ਬਾਅਦ ਹੁਣ ਕੁਝ ਗਤੀਵਿਧੀਆਂ ਦੇ ਉੱਪਰ ਸੂਬੇ ਵੱਲੋਂ ਬੈਨ ਲਗਾਇਆ ਜਾ ਰਿਹਾ ਹੈ। ਜੰਗਲ ਦੀ ਅੱਗ ਦੇ ਕਾਰਨ ਕੁਝ ਗਤੀਵਿਧੀਆਂ ਦੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਖਬਰ ਨੋਵਾ ਸਕੋਸ਼ੀਆ ਸੂਬੇ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਅੱਗ ਦੇ ਮੱਦੇਨਜ਼ਰ ਜੰਗਲਾਂ ਵਿੱਚ ਯਾਤਰਾ ਤੇ ਹੋਰ ਵੀ ਕਈ ਐਕਟੀਵਿਟੀਜ਼ ਦੇ ਉੱਪਰ ਪਾਬੰਦੀ ਲਾਗੂ ਕਰ ਦਿੱਤੀ ਗਈ। ਨੋਵਾ ਸਕੋਸ਼ੀਆ ਦੇ ਵਿੱਚ ਇਸ ਸਮੇਂ ਜੰਗਲੀ ਅੱਗ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ। ਨੋਵਾ ਸਕੋਸ਼ੀਆ ਦੀ ਪ੍ਰੀਮੀਅਰ ਟਿਮ ਮੌਜੂਦਾ ਸਥਿਤੀ ਦੇ ਬਾਰੇ ਬੋਲੇ ਨੇ ਤੇ ਉਹਨਾਂ ਵੱਲੋਂ ਕੁਝ ਐਕਟੀਵਿਟੀਜ਼ ਦੀ ਮਨਾਹੀ ਦਾ ਐਲਾਨ ਕਰ ਦਿੱਤਾ ਗਿਆ। ਇਹ ਪਾਬੰਦੀ ਕ੍ਰਾਊਨ ਲੈਂਡ, ਜੰਗਲਾਤ ਅਤੇ ਮਾਈਨਿੰਗ ਉਦਯੋਗਾਂ ਅਤੇ ਹੋਰ ਵਪਾਰਕ ਗਤੀਵਿਧੀਆਂ ਤੇ ਲਾਗੂ ਹੁੰਦੀ ਹੈ। ਪ੍ਰੀਮੀਅਰ ਨੇ ਕਿਹਾ ਕਿ ਸਾਨੂੰ ਆਪਣੇ ਸਰੋਤਾਂ ਦੀ ਰੱਖਿਆ ਕਰਨੀ ਪਵੇਗੀ ਅਤੇ ਅਸੀਂ ਆਪਣੇ ਸਰੋਤਾਂ ਦੀ ਰੱਖਿਆ ਲਈ ਜੋ ਵੀ ਕਦਮ ਚੁੱਕ ਸਕਦੇ ਹਾਂ, ਅਸੀਂ ਚੁੱਕਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਆਪਣੀ ਕਾਰ ਦੀ ਖਿੜਕੀ ਤੋਂ ਸਿਗਰਟ ਦੇ ਟੁਕੜੇ ਨੂੰ ਬਾਹਰ ਕੱਢਣ ਤੋਂ ਲੈ ਕੇ ਜੰਗਲਾਂ ਵਿੱਚ ਜਾ ਕੇ ਅੱਗ ਲਗਾਉਣੀ ਬੰਦ ਕਰੋ। ਦੱਸ ਦਈਏ ਕਿ ਸੂਬੇ ਦੇ ਹੈਲੀਫੈਕਸ ਇਲਾਕੇ ਦੇ ਵਿੱਚ ਫੈਲੀ ਜੰਗਲੀ ਅੱਗ ਬੇਕਾਬੂ ਹੋ ਗਈ ਤੇ ਅੱਗ ਨੇ ਕਈ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਲਿਆ। ਹਾਲਾਤ ਦੇ ਮੱਦੇਨਜ਼ਰ ਹਜ਼ਾਰਾਂ ਘਰਾਂ ਨੂੰ ਖਾਲੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ। ਹੈਲੀਫੈਕਸ ਦੇ 25 ਕਿਲੋਮੀਟਰ ਦੇ ਦਾਇਰੇ ਵਿੱਚ ਪੈਂਦੇ ਕਸਬਿਆਂ ਨੂੰ ਘਰ ਖਾਲੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਸ਼ੈਲਬਰਨ ਕਾਉਂਟੀ ਵਿੱਚ 1000 ਤੋਂ ਵੱਧ ਘਰਾਂ ਅਤੇ ਇੱਕ ਨਰਸਿੰਗ ਹੋਮ ਨੂੰ ਖਾਲੀ ਕਰਵਾ ਦਿੱਤਾ ਗਿਆ ਤੇ ਜੰਗਲ ਦੀ ਅੱਗ ਚੌਥੇ ਦਿਨ ਵੀ ਜਾਰੀ ਹੈ। ਸ਼ਨੀਵਾਰ ਨੂੰ ਲੱਗੀ ਅੱਗ ਹੁਣ 19,000 ਹੈਕਟੇਅਰ ਵਿੱਚ ਫੈਲ ਗਈ ਹੈ ਤੇ ਇਸ ਤੇ ਕਾਬੂ ਨਹੀਂ ਪਾਇਆ ਗਿਆ। ਪ੍ਰੋਵਿੰਸ ਵਿੱਚ ਜੰਗਲੀ ਅੱਗ ਦਾ ਇਹ ਇੱਕ ਰਿਕਾਰਡ ਹੈ। ਜੂਨ 1976 ਦੌਰਾਨ ਕਾਉਂਟੀ ਦੇ ਵਿੱਚ ਅੱਗ 6 ਦਿਨ ਚੱਲੀ ਸੀ ਤੇ 13,000 ਹੈਕਟੇਅਰ ਨੂੰ ਸਾੜ ਦਿੱਤਾ। ਮੰਗਲਵਾਰ ਸ਼ਾਮ ਨੂੰ ਭੇਜੀ ਗਈ ਇੱਕ ਰਿਲੀਜ਼ ਦੇ ਵਿੱਚ ਦੱਸਿਆ ਗਿਆ ਕਿ ਅੰਦਾਜ਼ਨ 2000 ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਕਹਿ ਦਿੱਤਾ ਗਿਆ। ਪੋਰਟ ਕਲਾਈਡ ਤੋਂ ਲੈ ਕੇ ਬੇਕਾਰੋ ਤੱਕ ਹਾਈਵੇ 309 ਦੇ ਨਾਲ ਬੈਰਿੰਗਟਨ ਵੈਸਟ ਵਿੱਚ ਓਕ ਪਾਰਕ ਰੋਡ ਅਤੇ ਹਾਈਵੇ 3 ਦੇ ਇੰਟਰਸੈਕਸ਼ਨ ਤੱਕ ਅਤੇ 800 ਅਪਰ ਕਲਾਈਡ ਰੋਡ ਦੇ ਸਾਰੇ ਭਾਈਚਾਰਿਆਂ ਦੇ ਵਿੱਚ ਇਲਾਕੇ ਨੂੰ ਖਾਲੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਸੜਕ ਹਾਦਸਾ ਵਾਪਰਿਆ ਜਿੱਥੇ 6 ਜਾਣਿਆਂ ਦੀ ਜਾਨ ਗਈ ਹੈ ਤੇ ਕਈ ਜ਼ਖਮੀ ਵੀ ਹੋਏ ਨੇ। ਅਫਗਾਨਿਸਤਾਨ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਹਾਦਸੇ ਦੇ ਕਾਰਨ ਪਤਾ ਲਗਾਏ ਜਾ ਰਹੇ ਨੇ। ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ 6 ਲੋਕਾਂ ਦੀ ਜਾਨ ਚਲੀ ਗਈ ਤੇ 9 ਜ਼ਖਮੀ ਦੱਸੇ ਜਾ ਰਹੇ ਨੇ। ਇਹ ਮਾਮਲਾ ਅਫਗਾਨਿਸਤਾਨ ਤੋਂ ਸਾਹਮਣੇ ਆਇਆ ਜਿੱਥੇ ਕਮੀਸਾ ਸੂਬੇ ਦੇ ਵਿੱਚ ਸੜਕ ਹਾਦਸਾ ਵਾਪਰਿਆ। ਇਸ ਘਟਨਾ ਦੇ ਵਿੱਚ ਕੁੱਲ 6 ਲੋਕਾਂ ਦੀ ਜਾਨ ਚਲੀ ਗਈ ਤੇ 9 ਜ਼ਖਮੀ ਦੱਸੇ ਜਾ ਰਹੇ ਨੇ। ਅਧਿਕਾਰੀਆਂ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਵਿੱਚ ਕੁਝ ਗੱਲਾਂ ਦਾ ਜ਼ਿਕਰ ਕੀਤਾ ਗਿਆ। ਸੂਬਾਈ ਪੁਲਿਸ ਦਫ਼ਤਰ ਮੁਤਾਬਕ ਇਸ ਸੂਬੇ ਦੇ ਅਲਾਸੀ ਜ਼ਿਲ੍ਹੇ ਵਿੱਚ ਸਵੇਰੇ ਇੱਕ ਵਾਹਨ ਪਲਟ ਜਾਣ ਕਾਰਨ 6 ਲੋਕਾਂ ਦੀ ਜਾਨ ਚਲੀ ਗਈ ਤੇ ਕਈ ਜ਼ਖਮੀ ਹੋਏ ਹਨ। ਦੱਸ ਦਈਏ ਕਿ ਇਹ ਵਾਹਨ ਪਲਟ ਕੇ ਘਾਟੀ ਦੇ ਵਿੱਚ ਡਿੱਗ ਗਿਆ। ਜਿਹੜੇ ਪੀੜਤ ਨੇ ਉਹਨਾਂ ਵਿੱਚ ਬੱਚੇ ਅਤੇ ਔਰਤਾਂ ਦੋਵੇਂ ਹੀ ਸ਼ਾਮਿਲ ਦੱਸੇ ਗਏ ਨੇ। ਪੁਲਿਸ ਮੁਤਾਬਕ ਟ੍ਰੈਫਿਕ ਹਾਦਸਾ ਵਾਪਰਨ ਦਾ ਕਾਰਨ ਲਾਪਰਵਾਹੀ ਦੇ ਨਾਲ ਡਰਾਈਵਿੰਗ ਅਤੇ ਇਲਾਕੇ ਵਿੱਚ ਸੜਕ ਦੀ ਤੰਗ ਚੌੜਾਈ ਸੀ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਜ਼ਖਮੀ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦਾ ਮੌਜੂਦਾ ਸਮੇਂ ਇਲਾਜ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਅਫਗਾਨਿਸਤਾਨ ਦੇ ਵਿੱਚ ਕਈ ਕਾਰਨਾਂ ਕਰਕੇ ਹਾਦਸੇ ਵਾਪਰਦੇ ਨੇ ਤੇ ਕਈ ਲੋਕਾਂ ਦੀ ਜਾਨ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਅਫਗਾਨਿਸਤਾਨ ਵਿੱਚ ਸਾਲ 2020 ਅੰਦਰ ਟ੍ਰੈਫਿਕ ਹਾਦਸੇ ਅੰਦਰ 6000 ਤੋਂ ਵੱਧ ਮੌਤਾਂ ਹੋਣ ਦੀ ਸੰਭਾਵਨਾ ਹੈ, ਜਾਂ ਸਾਰੀਆਂ ਮੌਤਾਂ ਦਾ 2.6% ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਛੋਟੀਆਂ ਖਬਰਾਂ ਤੇ। TR2 PR ਬਾਰੇ ਜਾਣਕਾਰੀ IRCC ਨੂੰ AI ਦਾ ਸਹਾਰਾ। ਅੰਤਰਰਾਸ਼ਟਰੀ ਵਿਦਿਆਰਥੀ ਸੜਕਾਂ ਤੇ ਡਿਪੋਰਟ ਨਾ ਕਰਨ ਦੀ ਮੰਗ ਤੇਜ਼। ਇਮੀਗ੍ਰੇਸ਼ਨ ਵਿੱਚ ਹੋਏ ਬਦਲਾਵ, ਸਕਿਲਡ ਵਰਕਰਾਂ ਨੂੰ ਮਿਲੀ ਰਾਹਤ। ਸਿਗਰਟ ਤੇ ਕੈਨੇਡਾ ਲਿਖੇਗਾ ਚੇਤਾਵਨੀ, ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣਿਆ ਕੈਨੇਡਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ। ਫਿਲਹਾਲ ਮੈਨੂੰ ਦਬਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।